अस्सलाम वालेकुम वरहमतुल्लाह। आज मौसम माशाल्लाह बड़ा खूबसूरत है। ਇਹ ਬੱਦਲ ਵੇਖੋ ਤੇ ਬਾਰਿਸ਼ ਵੀ ਛੋਟੀ ਛੋਟੀ ਹੋ ਰਹੀ ਹੈ। ਜਦੋਂ ਬੰਦੇ ਦਾ ਦਿਲ ਖੁਸ਼ ਹੋਵੇ ਤੇ ਉਹਨੂੰ ਮੌਸਮ ਵੀ ਖੁਸ਼ਗਵਾਰ ਹੀ ਨਜ਼ਰ ਆਉਂਦਾ ਹੈ। ਤੇ ਜੇ ਬੰਦੇ ਦਾ ਦਿਲ ਖੁਸ਼ ਨਾ ਹੋਵੇ ਤੇ ਫਿਰ ਮੌਸਮ ਜਿਹੜਾ ਮਰਜ਼ੀ ਹੋਵੇ ਉਹ ਅੱਛਾ ਨਹੀਂ ਲੱਗਦਾ। ਇਸ ਮੌਸਮ ਦੇ ਵਿੱਚ ਕੋਈ ਚਟਪਟੇ ਜਿਹੇ ਪਕੌੜੇ ਬਣੇ ਹੋਣ ਤੇ ਬੜੀ ਸੋਹਣੀ ਚਾਹ ਬਣੀ ਹੋਵੇ ਤੇ ਉਹ ਬੰਦਾ ਪੀਂਦਾ ਪਿਆ ਹੋਵੇ ਤੇ ਇਸ ਤਰ੍ਹਾਂ ਦੇ ਪੌਦੇ ਜਿਹੜੇ ਨੇ ਉਹ ਬੰਦੇ ਦੇ ਕੋਲ ਹੋਣ ਤੇ ਕੁਰਸੀ ਡੱਠੀ ਹੋਵੇ ਜਿਵੇਂ ਇਹ ਕੁਰਸੀ ਹੈ ਤੇ ਇਹਦੇ ਉੱਤੇ ਬੰਦਾ ਬਹਿ ਜਾਵੇ, ਕਿਆ ਸੁਹਾਣਾ ਮੰਜ਼ਰ ਹੈ। ਯਕੀਨ ਕਰੋ ਐਡਾ ਮੈਨੂੰ ਅੱਛਾ ਪਿਆ ਲੱਗਦਾ ਹੈ ਮੌਸਮ ਕਿ ਮੇਰਾ ਦਿਲ ਨਹੀਂ ਕਰਦਾ ਪਿਆ ਵੀ ਤੁਹਾਡੇ ਨਾਲ ਮੇਰਾ ਰਾਬਤਾ ਟੁੱਟ ਜਾਏ। ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸ ਦਿੰਨੇ ਆ। ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆ, ਅਸੀਂ ਕੋਈ ਰਿਸ਼ਤਾ ਤੈਅ ਕਰਨਾ ਹੁੰਦਾ ਹੈ ਜਾਂ ਕਿਸੇ ਨਾਲ ਮੁਲਾਕਾਤ ਕਰਨੀ ਹੁੰਦੀ ਹੈ ਤੇ ਉਹ ਨਵੇਂ ਬੰਦੇ ਹੁੰਦੇ ਨੇ ਅਗਲੇ, ਅਸੀਂ ਅਗਰ ਜੱਜਮੈਂਟ ਕਰਨੀ ਹੋਵੇ ਵੀ ਇਹ ਜਿਹੜਾ ਮੁੰਡਾ ਅਸੀਂ ਵੇਖਣ ਆਏ ਆ ਇਹ ਨਮਾਜ਼ੀ ਵੀ ਹੈਗਾ ਕਿ ਨਹੀਂ, ਤੁਸੀਂ ਉਹਨੂੰ ਆਰਾਮ ਨਾਲ ਪੁੱਛੋ। ਉਹਨੂੰ ਕਹੋ ਬੇਟਾ ਆਪਣੇ ਪਿੰਡ ਦੇ ਵਿੱਚ ਜਿਹੜੀ ਮਸਜਿਦ ਤੁਹਾਨੂੰ ਕਰੀਬ ਲੱਗਦੀ ਹੈ ਉਹ ਕਿੰਨੀ ਕੁ ਦੂਰ ਹੈ। ਉਹ ਤੁਹਾਨੂੰ ਦੱਸੇਗਾ ਵੀ ਇਹ ਮਸਜਿਦ ਨਾਲ ਹੈ ਜਾਂ ਅਗਲੀ ਗਲੀ ਦੇ ਵਿੱਚ ਹੈ। ਤੁਸੀਂ ਉਹਨੂੰ ਇੰਨਾ ਹੀ ਪੁੱਛ ਲਵੋ ਵੀ ਪੁੱਤਰ ਸੁਬਹ ਦੀ ਨਮਾਜ਼ ਉੱਥੇ ਕਿੰਨੇ ਵਜੇ ਹੁੰਦੀ ਹੈ। ਜੇ ਤੂੰ ਨਮਾਜ਼ੀ ਹੈ ਤੇ ਤੁਹਾਨੂੰ ਦੱਸ ਦੇਗਾ ਵੀ ਜਿਹੜਾ ਕਿ ਨਾ ਸੁਬਹ ਦੀ ਨਮਾਜ਼ ਦਾ ਇਹ ਵਕਤ ਹੈ। ਜੇ ਅਗਰ ਉਹ ਨਮਾਜ਼ੀ ਨਹੀਂ ਦਾ ਤੇ ਤੁਹਾਨੂੰ ਦੱਸ ਦੇ ਵੀ ਸੁਬਹ ਦੀ ਨਮਾਜ਼ 6 ਵਜੇ ਹੁੰਦੀ ਜੀ, ਤੁਹਾਨੂੰ ਆਪੇ ਖਬਰ ਹੋ ਜਾਏ ਵੀ ਇਹ ਨਮਾਜ਼ੀ ਕਿ ਨਹੀਂ। ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਦੇ ਘਰ ਕੁੜੀ ਦਾ ਰਿਸ਼ਤਾ ਵੇਖਣ ਗਏ ਜੇ ਤੇ ਤੁਸੀਂ ਵੇਖਣਾ ਚਾਹਦੇ ਜੇ ਵੀ ਇਸ ਘਰ ਦੀ ਸਫਾਈ ਕਿਸ ਤਰ੍ਹਾਂ ਦੀ, ਤੇ ਪੁੱਛਣ ਤੋਂ ਬਗੈਰ ਤੁਸੀਂ ਪਤਾ ਕਰਨਾ ਤੇ ਕਿਵੇਂ ਕਰਨਾ, ਗੌਰ ਨਾਲ ਜਿਹੜਾ ਨਾ ਮੇਰੀ ਗੱਲ ਸੁਣਨੀ ਹੈ, ਤਵੱਜੋ ਨਾਲ। ਤੁਸੀਂ ਉੱਠਣਾ, ਉਹਨਾਂ ਦੀ ਜਿਹੜੀ ਫਰਿੱਜ ਹੈ ਉਹਨੂੰ ਖੋਲ ਲੈਣਾ, ਕੋਈ ਪਾਣੀ ਦੇ ਬਹਾਨੇ ਜਾਂ ਕੋਈ ਬਹਾਨਾ ਬਣਾ ਕੇ ਤੇ ਉਹਨਾਂ ਦੀ ਫਰਿੱਜ ਖੋਲੋ ਤੇ ਜਿਹੜੀ ਸਫਾਈ ਫਰਿੱਜ ਦੇ ਵਿੱਚ ਹੈ ਨਾ ਉਹੀ ਉਹਨਾਂ ਦੇ ਦਿਲ ਦੇ ਵਿੱਚ ਤੇ ਉਹਨਾਂ ਦੇ ਘਰ ਦੇ ਵਿੱਚ। ਅਗਰ ਤੁਸੀਂ ਉੱਥੋਂ ਮੁਤਮਿਨ ਨਹੀਂ ਹੋਏ, ਤੁਸੀਂ ਚਾਹਦੇ ਜੀ ਵੀ ਫਰਿੱਜ ਵੇਖ ਤਾਂ ਲਈਏ ਤੇ ਸਹੀ ਜਿਹੜਾ ਨਾ ਇਹ ਪਤਾ ਨਹੀਂ ਲੱਗਾ ਵੀ ਇਹ ਘਰ ਕਿੰਨਾ ਕੁ ਸਾਫ਼ ਸੁਥਰਾ ਹੈ, ਤੁਸੀਂ ਫੌਰਨ ਉਹਨਾਂ ਦੇ ਕਿਚਨ ਦੇ ਵਿੱਚ ਚਲੇ ਜਾਓ, ਉੱਥੇ ਵੇਖੋ ਜਾ ਕੇ ਵੀ ਚੀਜ਼ਾਂ ਕਿੰਨੇ ਕੁ ਤਰੀਕੇ ਦੇ ਨਾਲ ਪਈਆਂ ਨੇ, ਇਹਨਾਂ ਦਾ ਕਰੀਨਾ ਕੀ ਹੈ, ਸਫਾਈ ਕਿੰਨੀ ਹੈ। ਬੇਸਨ ਦੇ ਵਿੱਚ ਜਾਂ ਜਿਹੜਾ ਸਿੰਕ ਲੱਗਾ ਹੈ ਉੱਥੇ ਸਿੰਕ ਦੀ ਸਫਾਈ ਵੇਖੋ, ਜਾਂ ਜਿਹੜੇ ਭਾਂਡੇ ਮਾਂਜਣ ਵਾਲੇ ਪਏ ਨੇ ਉਹ ਵੇਖੋ ਵੀ ਕਿੰਨੇ ਕੁ ਭਾਂਡੇ ਮਾਂਜਣ ਵਾਲੇ ਪਏ ਨੇ। ਅੰਦਰ ਜਿਹੜੇ ਰਹਿਣੇ ਨੇ ਉੱਥੋਂ ਕੋਈ ਇੱਕ ਦੋ ਖੋਲ ਕੇ ਵੇਖ ਲਵੋ, ਤੁਹਾਨੂੰ ਪਤਾ ਲੱਗ ਜਾਏਗਾ। ਜੇ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਾ, ਵਾਸ਼ਰੂਮ ਚੈੱਕ ਕਰ ਲਓ ਜਾ ਕੇ, ਵਾਸ਼ਰੂਮ ਵੇਖੋ ਜਾ ਕੇ ਅੰਦਰੋਂ ਸਮੈਲ ਤਾਂ ਨਹੀਂ ਆ ਰਹੀ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈ। ਤੁਸੀਂ ਕਹੋ ਦੇ ਵੀ ਸਾਡੇ ਨਾਲ ਘਰੇ ਕੀ ਗੱਲਾਂ ਕਰਨ ਲੱਗ ਪਿਆ, ਲੇਕਿਨ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ। ਅਗਰ ਤੁਸੀਂ ਕੁੜੀ ਦਾ ਰਿਸ਼ਤਾ ਚੈੱਕ ਕਰਨ ਗਏ ਜੇ ਤੇ ਤੁਸੀਂ ਇਹ ਤਾਂ ਜਾ ਕੇ ਪੁੱਛ ਲਿਆ ਵੀ ਕੁੜੀ ਕਿੰਨੀ ਪੜ੍ਹੀ ਹੈ, ਉਹਨਾਂ ਦੱਸਿਆ ਜੀ ਕੁੜੀ ਨੇ ਜੀ ਮੈਟ੍ਰਿਕ ਤੋਂ ਬਾਅਦ FSC ਕੀਤੀ, BSc ਕੀਤੀ ਹੈ, ਜੋ MBBS ਵੀ ਇਹਨੇ ਕਰ ਲਿਆ, ਉਹ ਅੱਗੇ ਜੀ PhD ਦੀ ਡਿਗਰੀ ਵੀ ਕਰ ਲਈ ਹੈ। ਇੱਥੇ ਹੀ ਬਸ ਨਹੀਂ ਕਰਨੀ, ਉਹਨਾਂ ਚਿਰ ਤੁਸੀਂ ਉਥੋਂ ਮੁਤਮਿਨ ਨਹੀਂ ਹੋਣਾ ਜਿੰਨਾ ਚਿਰ ਉਹ ਕੁੜੀ ਜਿਹੜੀ ਹੈ ਕੋਈ ਖਾਣਾ ਪਕਾ ਕੇ ਨਾ ਤੁਹਾਨੂੰ ਵਹਾਵੇ। ਸਾਡੇ ਇੱਕ ਬਾਬਾ ਜੀ ਸੀ, ਉਹਨਾਂ ਦੱਸਿਆ ਵੀ ਇੱਕ ਘਰ ਅਸੀਂ ਰਿਸ਼ਤਾ ਵੇਖਣ ਜਾਂਦੇ ਸਾਂ ਤੇ ਉਹ ਕੁੜੀ ਸੀ ਨਾ ਜਿਹੜੀ ਉਂਝ ਕੱਪੜੇ ਕੁਪੜੇ ਪਾ ਕੇ ਤੇ ਬੜਾ ਜਿਹੜਾ ਨਾ ਟੌਰ ਟੱਬਾ ਕਰਕੇ ਸਾਡੇ ਕੋਲ ਲਗੀ ਲੁਗੀ ਫਿਰੇ। ਅਸੀਂ ਜਦੋਂ ਜਾਈਏ ਵਾਪਸ ਆ ਜਾਈਏ, ਫੇਰ ਜਾਈਏ ਵਾਪਸ ਆ ਜਾਈਏ, ਤੇ ਉਹ ਕੁੜੀ ਖਾਣਾ ਨਾ ਪਕਾਵੇ। ਤੇ ਇੱਕ ਵਾਰ ਅਸੀਂ ਗਏ ਤੇ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਹ ਜਿਹੜੀ ਤੁਸੀਂ ਸਾਡੀ ਧੀ ਬਣਾਉਣੀ ਹੈ ਇਹ ਰੋਟੀਆਂ ਤਾਂ ਪਕਾ ਕੇ ਤੇ ਸਾਨੂੰ ਖਵਾਵੇ, ਇਹਦੇ ਹੱਥ ਦੀ ਆਈ ਰੋਟੀ ਖਾਣੀ ਹੈ। ਹੁਣ ਧੀ ਕਿੱਥੇ ਰੋਟੀਆਂ ਪਕਾਵੇ, ਉਹ ਤਾਂ ਵਿਚਾਰੀ PhD ਕਰਦੀ ਰਹੀ ਹੈ ਤੇ ਰੋਟੀਆਂ ਦਾ ਉਹਨੂੰ ਵੱਲ ਨਹੀਂ ਸੀ। ਤੇ ਉਹ ਬਾਬਾ ਜੀ ਕਹਿੰਦੇ ਨੇ ਵੀ ਜਿਹਨੂੰ ਖਾਣੇ ਦਾ ਵੱਲ ਨਹੀਂ, ਚਾਹ ਦਾ ਵੱਲ ਨਹੀਂ,
ਜਿਹਨੂੰ ਬਿਰਿਆਨੀ ਦਾ ਵੱਲ ਨਹੀਂ ਦਾ, ਉਹ ਅਸੀਂ ਨਿਰੀਆਂ ਡਿਗਰੀਆਂ ਲੈ ਕੇ ਤੇ ਇਹਦੇ ਵਾਸਤੇ ਨਾਲ ਇੱਕ ਮੁਲਾਜ਼ਮਾ ਰੱਖਾਂਗੇ ਵੀ ਜਿਹੜੀ ਇਹਦਾ ਵੀ ਖਾਣਾ ਪਕਾਵੇ ਤੇ ਸਾਡਾ ਵੀ ਪਕਾਵੇ। ਸਾਡੇ ਨਾਲ ਉਹ ਵਾਰੇ ਦੇ ਵਿੱਚ ਗੱਲ ਨਾ ਆਈ ਤੇ ਅਸੀਂ ਉਹ ਤੋਂ ਵਾਪਸ ਆ ਗਏ। ਲੋ ਜਨਾਬ, ਅੱਜ ਦੀਆਂ ਇੰਨੀਆਂ ਹੀ ਗੱਲਾਂ, ਬਾਕੀ ਗੱਲਾਂ ਇਨਸ਼ਾਅੱਲਾ ਅਗਲੀ ਮੁਲਾਕਾਤ ਤੁਹਾਡੇ ਨਾਲ ਕਰਾਂਗੇ। ਰੱਬ ਰਾਖਾ। अस्सलाम वालेकुम वरहमतुल्लाहि वबरकातुहू।